एक दिन सतगुरु पातशाह जी दे पास बैठे भाई मक्खन शाह ते बैठे बैठे ने हाथ जोड़े ते सतगुरु पातशाह जी नूं बेनती करन लगा। कहन लगा ऐ किरपा दे घर ते गुणां दे खजाने रहमत करनहार सतगुरु पातशाह जीओ, मैं अपने कन्नां दे नाल सुनिया धन साहिब श्री गुरु अर्जन देव पातशाह जी पचवें सतगुरु जिन्हां ने किरपा ते रहमत करके एक अमृतसर दी पावन धरती दे उपर अमृत सरोवर रचना कीता है। जो जो उन्हां दे गुरु पिता सोढी कुल दे चमकदे तारे ते जितों सोढी कुल आरंभ हुंदी है धन साहिब श्री गुरु रामदास पातशाह जी अपने पुत्र गुरु अर्जन देव पातशाह जी नूं जो जो उपदेश दे करके गए सन। भाई मक्खन शाह ने हथ जोड़े ते कहंदा है सतगुरु मेरी ओथे जाण दी मन दी चाहना है कि अमृतसर दी पावन धरती ते मैं जाना करा। उस अमृत सरोवर दे अंदर मैं इशनान करके अपने तन ते मन दी मैल उतारनी चाहुंदा हां। ते सतगुरु पातशाह जी मैं सुनिया कि विसाखी का पुरब भी नेड़े आ रहा है, इस करके विसाखी दे दिहाड़े नूं पास जान करके मेरा मन चाहुंदा है कि मैं अमृतसर दी पावन धरती ते जावां जिहड़ा गुरु अर्जन देव पातशाह जी ने महान अमृत सरोवर रचिया है ना ਉਹਦੇ ਵਿੱਚ ਜਾ ਕਰਕੇ ਮੈਂ ਇੱਕ ਵਾਰੀ ਇਸ਼ਨਾਨ ਜ਼ਰੂਰ ਕਰਨਾ ਕਰਾਂ। ਫਿਰ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਗੁਰੂ ਧਾਮ ਬਣਾਇਆ ਹੈ, ਮੇਰਾ ਮਨ ਚਾਹੁੰਦਾ ਮੈਂ ਜਾ ਕਰਕੇ ਉਸ ਪਵਿੱਤਰ ਗੁਰਧਾਮ ਦੇ ਦਰਸ਼ਨ ਕਰਨਾ ਕਰਾਂ। जिस अस्थान की शोभा मैं अपने कन्नां दे नाल सुनी है ते उतों की महिमा कहण ते करन तो परे है, ये मैं सारा कुछ भाई मक्खन शाह कहंदा सतगुरु बड़ियां दे कोलों सुनिया है ते बड़ी महिमा जानी है। आप जी कृपा ते रहमत करो सतगुरु, मैं आप जी दे पासों आप जी दी आज्ञा पा करके उस रचे हुए सुंदर गुरु धाम दे दर्शन करके आवा। तुसी कृपा ते रहमत करके मैनू आज्ञा दे दिओ, मैं नाले इशनान करांगा ते नाले जा करके दर्शन करांगा। धन गुरु तेग बहादुर पातशाह जी ने भाई मक्खन शाह की बेनती नूं सुनिया ते सतगुरु कहन लगे वो अमृत सरोवर बहुता दूर नहीं है, क्योंकि बाबे बकाले की धरती तो अमृतसर कोई बहुती वित ते ज़्यादा दूरी के उपर नहीं है। सतगुरु कहन लगे उतों का रस्ता कोई बहुता दूर नहीं है। कहन लगे जेड़े गुरधाम दे दर्शन करके ते जिस अमृत सरोवर दे अंदर इशनान करके सारी जिंदगी ते सारे ही सुख जेड़े हन उतों प्राप्त हो जाते हन। ते भाई मक्खन शाह अमृतसर की पावन धरती ते जा करके दर्शन करने चाहुंदा है, पर धन गुरु तेग बहादुर पातशाह जी कहन लगे भाई मक्खन शाह तू कला नहीं, असीं भी जावांगे, असीं भी तेरे नाल ही जा करके असीं भी उस अमृत सरोवर दे विच इशनान करना है,
ਤੇ ਨਾਲੇ ਵੱਡਿਆਂ ਸਤਿਗੁਰਾਂ ਦੇ ਸਥਾਨ ਦੇ ਦਰਸ਼ਨ ਕਰਾਂਗੇ ਤੇ ਆਪਣਾ ਸੀਸ ਝੁਕਾਵਾਂਗੇ ਉਸ ਧਰਤੀ ਨੂੰ। ਕਹਿਣ ਲੱਗੇ ਭਾਈ ਮੱਖਣ ਸ਼ਾਹ ਤੂੰ ਤਿਆਰੀ ਕਰ ਲੈ, ਆਪਾਂ ਇਕੱਠੇ ਹੀ ਚੱਲ ਕਰਕੇ ਜਾਵਾਂਗੇ ਰਸਤੇ ਦੇ ਉੱਪਰ। ਕਹਿ ਲੱਗੇ ਫਿਰ ਉੱਥੇ ਜਾ ਕਰਕੇ ਪ੍ਰਸੰਨ ਹੋ ਕਰਕੇ ਵਾਪਸ ਆਣ ਕਰਕੇ ਸਾਰੀ ਸਿੱਖ ਸੰਗਤ ਨੂੰ ਇੱਥੇ ਹੀ ਮਿਲਣਾ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ ਤੇ ਵੱਡਿਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਣੀ ਇਹ ਭਾਵਨਾ ਜਿਹੜੀ ਹੈ ਨਾ ਇਹ ਗੁਰੂ ਕਿਰਪਾ ਕਰਕੇ ਤੇ ਪੂਰੀ ਕਰ ਦੇਣ। ਕਿਉਂਕਿ ਆਪ ਜੀ ਨੇ ਬੜੀ ਉੱਤਮ ਸ੍ਰੇਸ਼ਟ ਬੁੱਧੀ ਦੇ ਨਾਲ ਇਹ ਕਾਰਜ ਸੋਚਿਆ ਹੈ ਕਿ ਵੱਡਿਆਂ ਸਤਿਗੁਰਾਂ ਦੇ ਦਰਬਾਰ ਦੇ ਦਰਸ਼ਨ ਕੀਤੇ ਜਾਣ, ਰਚੇ ਹੋਏ ਅੰਮ੍ਰਿਤ ਕੁੰਭ ਦੇ ਵਿੱਚ ਇਸ਼ਨਾਨ ਕੀਤਾ ਜਾਵੇ। ਇਸ ਪ੍ਰਕਾਰ ਸਤਿਗੁਰੂ ਫਰਮਾਏ। ਭਾਈ ਮੱਖਣ ਸ਼ਾਹ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪ ਵੀ ਅੰਮ੍ਰਿਤਸਰ ਨੂੰ ਚੱਲਣ ਦੇ ਬਚਨ ਕਹਿ ਦਿੱਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਦੇ ਦਿੱਤਾ, ਕਹਿਣ ਲੱਗੇ ਭਾਈ ਜਲਦੀ ਤੋਂ ਜਲਦੀ ਅੰਮ੍ਰਿਤਸਰ ਨੂੰ ਚੱਲਣ ਦੀ ਤਿਆਰੀ ਕਰ ਦਿਓ। ਭਾਈ ਮੱਖਣ ਸ਼ਾਹ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੈ ਤੇ ਸਿੱਖ ਦਾ ਮੰਨ ਲਓ ਕਿ ਹਿਰਦਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਗਿਆ ਹੈ। ਤੇ ਭਾਈ ਮੱਖਣ ਜਾ ਸੋਚਦਾ ਕੀ ਹੈ, ਕਹਿੰਦਾ ਇੱਕ ਕਾਰਨ ਤੇ ਦੋ ਕਾਰਜ ਸਵਰਨਗੇ ਇਹਦੇ ਨਾਲ। ਭਾਵ ਕਿ ਮੈਂ ਬੇਨਤੀ ਕੀਤੀ ਸਤਿਗੁਰਾਂ ਨੇ ਤੇ ਬੜੀ ਵੱਡੀ ਕਿਰਪਾ ਕਰ ਦਿੱਤੀ ਹੈ, ਮੇਰੇ ਹਿਰਦੇ ਦੇ ਦੋ ਕਾਰਜ ਪੂਰੇ ਕਰ ਦਿੱਤੇ ਹਨ। ਮੈਂ ਆਪਣੇ ਆਪ ਨੂੰ ਬਹੁਤ ਵੱਡਿਆਂ ਭਾਗਾਂ ਵਾਲਾ ਮੰਨਦਾ ਹਾਂ ਜਿਹਦੇ ਉੱਪਰ ਸਤਿਗੁਰਾਂ ਨੇ ਪ੍ਰਸੰਨ ਹੋ ਕਰਕੇ ਮੇਰੀ ਝੋਲੀ ਦੇ ਵਿੱਚ ਐਡੀ ਵੱਡੀ ਦਾਤ ਪਾ ਦਿੱਤੀ ਹੈ। ਮੈਂ ਸਤਿਗੁਰਾਂ ਦੀ ਆਪਣੇ ਉੱਪਰ ਬੜੀ ਵੱਡੀ ਕਿਰਪਾ ਤੇ ਰਹਿਮਤ ਮੰਨਦਾ ਹਾਂ ਕਿ ਪਾਤਸ਼ਾਹ ਹਜ਼ੂਰ ਮੇਰੇ ਉੱਪਰ ਬੜੀ ਕਿਰਪਾ ਵਰਤਾ ਰਹੇ ਹਨ। ਮੈਂ ਇੱਥੋਂ ਚੱਲ ਕਰਕੇ ਜਾਂਦਾ ਕੱਲਾ ਤੇ ਜਾ ਕਰਕੇ ਉੱਥੋਂ ਦੇ ਦਰਸ਼ਨ ਕਰਨੇ ਸਨ, ਪਰ ਹੁਣ ਤਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਾਲ ਹੀ ਜਾਣਗੇ ਤੇ ਸਤਿਗੁਰਾਂ ਦੇ ਦਰਸ਼ਨ ਮੈਨੂੰ ਪ੍ਰਾਪਤ ਹੁੰਦੇ ਹੀ ਰਹਿਣਗੇ। ਇੱਕ ਤਾਂ ਜਿੰਨਾ ਚਿਰ ਵੀ ਰਵਾਂਗਾ ਸਤਿਗੁਰਾਂ ਦੇ ਨਾਲ ਹੀ ਰਵਾਂਗਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੀ ਦਰਸ਼ਨ ਹੋਣਗੇ। ਇੱਕ ਮੈਂ ਜਾ ਕਰਕੇ ਸੱਚਖੰਡ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਵਾਂਗਾ। ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਵੀ ਹੋ ਜਾਵੇਗਾ। ਹਜ਼ੂਰ ਨੇ ਕਿਰਪਾ ਕਰਕੇ ਮੇਰੇ ਸਾਰੇ ਕਾਰਜ ਸਵਾਰ ਦਿੱਤੇ ਹਨ ਜੀ। ਛੇਤੀ ਦੇ ਨਾਲ ਆਪਣਾ ਡੇਰਾ ਕੂਚ ਕਰ ਲਿਆ ਤੇ ਬੜੀ ਕਾਹਲੀ ਦੇ ਨਾਲ ਤਿਆਰੀ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮੱਖਣ ਸ਼ਾਹ ਨੂੰ ਨਾਲ ਲੈ ਕਰਕੇ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ ਜਾਣਗੇ। ਭਾਈ ਮੱਖਣ ਸ਼ਾਹ ਨੇ ਆਪਣੇ ਡੇਰੇ ਦੇ ਵਿੱਚੋਂ ਤਿਆਰੀ ਕਰ ਲਈ ਹੈ ਤੇ ਤਿਆਰੀ ਕਰਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ ਪਾਸ ਆ ਗਿਆ ਹੈ। ਆਣ ਕਰਕੇ ਹੱਥ ਜੋੜੇ ਨੇ, ਬੜੇ ਨਿਮਰਤਾ ਤੇ ਭਾਵਨਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਨਮਸਕਾਰ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀਆਂ ਦੇ ਟਿਕ ਲਾ ਕਰਕੇ ਦਰਸ਼ਨ ਕਰਦਾ ਹੈ ਤੇ ਮਨ ਗੁਰੂ ਦੇ ਪ੍ਰੇਮ ਬਚਨ ਤੇ ਸ਼ਰਧਾ ਦੇ ਨਾਲ ਭਿੱਜਾ ਹੋਇਆ ਹੈ। ਤੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸਤਿਗੁਰੂ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਕਿ ਆਪ ਜੀ ਕਿਹੜੀ ਸਵਾਰੀ ਦੇ ਉੱਪਰ ਸਵਾਰ ਹੋ ਕਰਕੇ ਜਾਓਗੇ। ਜਿਹਦੀ ਸਵਾਰੀ ਦੇ ਅੰਦਰ ਤੁਸੀਂ ਸਤਿਗੁਰੂ ਪਾਤਸ਼ਾਹ ਜੀ ਸਵਾਰ ਹੋ ਕਰਕੇ ਜਾਣਾ ਹੈ,
ਜੋ ਵੀ ਤੁਹਾਡੇ ਮਨ ਦੀ ਚਾਹਨਾ ਹੈ ਆਪ ਜੀ ਕਿਰਪਾ ਕਰਕੇ ਸਾਨੂੰ ਦੱਸ ਦੇਣਾ ਕਰੋ। ਜੇ ਆਪ ਜੀ ਸਤਿਗੁਰੂ ਜੀ ਪਾਲਕੀ ਦੇ ਅੰਦਰ ਸਵਾਰ ਹੋ ਕਰਕੇ ਜਾਣਾ ਚਾਹੁੰਦੇ ਹੋ ਤੇ ਆਪ ਜੀ ਪਾਲਕੀ 'ਚ ਬੈਠੋਗੇ ਤੇ ਕੁਹਾਰ ਸੱਜਣ ਪਾਲਕੀ ਨੂੰ ਮੋਢਿਆਂ ਤੇ ਉਠਾ ਕਰਕੇ ਲੈ ਕਰਕੇ ਜਾਣਗੇ। ਤੇ ਜੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਘੋੜੇ ਦੀ ਸਵਾਰੀ ਕਰਨੀ ਚਾਹੁੰਦੇ ਹੋ ਤੇ ਇੱਕ ਤੋਂ ਇੱਕ ਬਲੀ ਘੋੜਾ ਵੀ ਆਪਣੇ ਕੋਲ ਤਿਆਰ ਬਰ ਤਿਆਰ ਹੈ। ਤੇ ਜੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਸੁੰਦਰ ਘੋੜੀ ਦੀ ਸਵਾਰੀ ਕਰਨਾ ਚਾਹੁੰਦੇ ਹੋ ਤੇ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਦੱਸ ਦੇਣਾ ਕਰੋ। ਆਪ ਜੀ ਜਿਸ ਤਰ੍ਹਾਂ ਵੀ ਚੱਲਣਾ ਚਾਹੁੰਦੇ ਹੋ ਨਾ ਰਸਤੇ ਦੇ ਉੱਪਰ ਕੋਈ ਆਪ ਜੀ ਨੂੰ ਤੰਗੀ ਨਾ ਆਵੇ। ਆਪ ਜੀ ਬੜੇ ਸੌਖੇ ਜਿਹੇ ਢੰਗ ਦੇ ਨਾਲ ਸਾਰਾ ਰਸਤਾ ਤੈਅ ਕਰ ਲਓ। ਬਾਕੀ ਸਤਿਗੁਰੂ ਪਾਤਸ਼ਾਹ ਜੀ ਜਿੱਦਾਂ ਆਪ ਜੀ ਦਾ ਹੁਕਮ ਹੋਵੇਗਾ ਜਿੱਦਾਂ ਵੀ ਆਪ ਜੀ ਸਾਡੇ ਤਾਹੀਂ ਆਪਣਾ ਸੁਨੇਹਾ ਲਾਵੋਗੇ। ਆਪ ਜੀ ਹੁਕਮ ਕਰੋ ਤੇ ਸਤਿਗੁਰੂ ਅਸੀਂ ਤਿਆਰੀ ਕਰਵਾ ਦਈਏ ਫਿਰ ਆਪਾਂ ਬੜੀ ਛੇਤੀ ਦੇ ਨਾਲ ਅੰਮ੍ਰਿਤਸਰ ਦੀ ਪਾਵਨ ਧਰਤੀ ਨੂੰ ਚੱਲਣਾ ਕਰੀਏ। ਭਾਈ ਮੱਖਣ ਸ਼ਾਹ ਦੀ ਬੇਨਤੀ ਨੂੰ ਸੁਣ ਕਰਕੇ ਸਾਰੀ ਕਾਇਨਾਤ ਦੇ ਮਾਲਕ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਵੀ ਸਵਾਰੀ ਹਾਜ਼ਰ ਹੈ ਨਾ ਉਹੀ ਲੈ ਆਓ। ਭਾਵ ਕਿ ਜਿਹੜੀ ਵੀ ਸਵਾਰੀ ਆਪਣੇ ਕੋਲ ਹੈ ਨਾ ਆਪਾਂ ਉਸੇ ਸਵਾਰੀ ਤੇ ਸਵਾਰ ਹੋ ਕਰਕੇ ਚੱਲ ਪਵਾਂਗੇ। ਕਿਹੜੀ ਸਵਾਰੀ ਦੇ ਉੱਪਰ ਬੈਠ ਕਰਕੇ ਜਾਣਾ ਕੋਈ ਇਹਦੀ ਬਹੁਤੀ ਵਿਚਾਰ ਕਰਨ ਦੀ ਲੋੜ ਨਹੀਂ ਹੈ। ਭਾਈ ਮੱਖਣ ਸ਼ਾਹ ਜਿਹੜੀ ਚੀਜ਼ ਆਪਣੇ ਕੋਲ ਚੱਲਣ ਵਾਸਤੇ ਹੈਗੀ ਹੈ ਆਪਾਂ ਉਸੇ ਤੇ ਚੱਲ ਪਵਾਂਗੇ। ਤੇ ਆਮ ਤੌਰ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਘੋੜੀ ਦੀ ਸਵਾਰੀ ਕਰਿਆ ਕਰਦੇ ਸਨ ਕਿ ਜਦੋਂ ਵੀ ਕਦੇ ਬਾਬੇ ਬਕਾਲੇ ਦੀ ਧਰਤੀ ਤੋਂ ਥੋੜਾ ਬਾਹਰ ਨਿਕਲਦੇ ਸਨ ਨਾ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਬੜੀ ਚੰਗੀ ਨਸਲ ਦੀ ਤੇ ਸੋਹਣੇ ਬਹੁਤ ਜ਼ਿਆਦੀ ਸੁਸ਼ੀਲ ਸਤਿਗੁਰੂ ਦੇ ਕੋਲ ਬਹੁਤ ਗੁਣਾਂ ਵਾਲੀ ਘੋੜੀ ਸੀ ਜਿਹਦੇ ਉੱਪਰ ਸਤਿਗੁਰੂ ਸਵਾਰੀ ਕਰਿਆ ਕਰਦੇ ਸਨ। ਤਾਂ ਉਸ ਟਾਈਮ ਦੇ ਉੱਪਰ ਭਾਈ ਮੱਖਣ ਸ਼ਾਹ ਨੇ ਸਿੱਖਾਂ ਨੂੰ ਕਹਿ ਕਰਕੇ ਸਤਿਗੁਰਾਂ ਦੇ ਸਵਾਰ ਹੋਣ ਦੇ ਲਈ ਉਹ ਘੋੜੀ ਮੰਗਵਾ ਲਈ ਹੈ। ਮੰਗਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਵਾਰੀ ਕਰਨੀ ਹੈ। ਉਹਦੇ ਉੱਪਰ ਬਹੁਤ ਜ਼ਿਆਦਾ ਸੁੰਦਰ ਜੜੀ ਹੋਈ ਜਿਹੜੀ ਕਾਠੀ ਹੈ ਉਹ ਪਾ ਦਿੱਤੀ ਹੈ। ਜਿਸ ਕਾਠੀ ਨੂੰ ਬੜੀ ਰੀਝ ਦੇ ਨਾਲ ਤਿਆਰ ਕੀਤਾ ਗਿਆ ਏ ਬੜੀ ਉੱਚੀ ਸ਼ੋਭਾ ਪਾਉਣ ਵਾਲੀ ਹੈ। ਅੱਜ ਹਜੂਰ ਕਿਰਪਾ ਤੇ ਰਹਿਮਤ ਕਰਕੇ ਇਹਦੇ ਉੱਪਰ ਸਵਾਰ ਹੋ ਕਰਕੇ ਚੱਲਣਗੇ। ਜਿਹਦਾ ਰੰਗ ਆਖਦੇ ਹਨ ਕਿ ਸੁਪੈਦ ਰੰਗ ਦਾ ਸੀ। ਘੋੜੀ ਦਾ ਰੰਗ ਜਿਹੜਾ ਹੈ ਸਰੀਰ ਜਿਹੜਾ ਹੈ ਬਹੁਤ ਜ਼ਿਆਦਾ ਚਿੱਟੇ ਦੁੱਧ ਦੇ ਵਾਂਗੂ ਜਿਹੜਾ ਉਹ ਚਮਕ ਰਿਹਾ ਸੀ। ਤੇ ਕਵੀ ਜੀ ਆਖਦੇ ਹਨ ਸੁੰਦਰ ਰੰਗ ਹੈ ਬੜੇ ਸ਼ੁਭ ਗੁਣ ਨੇ ਇਹਦੇ ਅੰਦਰ ਬਹੁਤ ਵੱਡੀ ਧੀਰਜ ਨੂੰ ਪ੍ਰਾਪਤ ਕਰਨ ਵਾਲੀ ਹੈ। ਜਦੋਂ ਇਸ ਨੂੰ ਸਤਿਗੁਰੂ ਪਾਤਸ਼ਾਹ ਜੀ ਅਸਵਾਰ ਹੋ ਕਰਕੇ ਅਸਵਾਰ ਇਹਨੂੰ ਅੱਡੀ ਲਾਉਂਦਾ ਏ ਇਹ ਬੜੀ ਤੇਜ਼ ਰਫ਼ਤਾਰ ਦੇ ਨਾਲ ਚੱਲਦੀ ਹੈ। ਬਹੁਤ ਜ਼ਿਆਦਾ ਲੰਮੇ ਪੈਂਡੇ ਨੂੰ ਬੜੀ ਛੇਤੀ ਦੇਰੀ ਦੇ ਅੰਦਰ ਤੈਅ ਕਰ ਜਾਂਦੀ ਹੈ। ਇਸ ਕਰਕੇ ਸਾਰਾ ਰਸਤਾ ਬੜੇ ਆਰਾਮ ਤੇ ਸੁੱਖ ਦੇ ਨਾਲ ਨਿਕਲ ਜਾਂਦਾ ਹੈ। ਇਹਦੀ ਚਾਲ ਇਸ ਤਰ੍ਹਾਂ ਦੀ ਸੀ ਕਿ ਚੱਲਦੀ ਹੋਈ ਇਸ ਤਰ੍ਹਾਂ ਲੱਗਦੀ ਹੈ ਕਿ ਬੜੀ ਹੌਲੀ ਹੌਲੀ ਚੱਲ ਰਹੀ ਹੈ। ਪੌੜ ਆਪਣੇ ਬੜੀ ਸਹਿਜ ਮਸਤੀ ਦੇ ਨਾਲ ਝੁਕ ਰਹੀ ਹੈ।
ਪਰ ਇਹਦੀ ਚਾਲ ਦੇ ਅੰਦਰ ਕਵੀ ਜੀ ਆਖਦੇ ਹਨ ਇਦਾਂ ਦਾ ਗੁਣ ਸੀ, ਦੇਖਣ ਨੂੰ ਇਦਾਂ ਪ੍ਰਤੀਤ ਹੁੰਦਾ ਸੀ, ਪਰ ਕੁਝ ਘੜੀਆਂ ਦੇ ਅੰਦਰ ਹੀ ਕਾਫੀ ਰਸਤਾ ਤੈਅ ਕਰ ਜਾਇਆ ਕਰਦੀ ਸੀ। ਭਾਈ ਮੱਖਣ ਸ਼ਾਹ ਨੇ ਉੱਪਰ ਕਾਠੀ ਪਾ ਦਿੱਤੀ ਹੈ। ਸਤਿਗੁਰਾਂ ਦੇ ਅਸਵਾਰ ਹੋਣ ਦੇ ਵਾਸਤੇ ਅਸਵਾਰੀ ਆ ਗਈ ਹੈ। ਸਤਿਗੁਰੂ ਦੇਖ ਕਰਕੇ ਬੜੇ ਪ੍ਰਸੰਨ ਹੋਏ ਹਨ। ਸਤਿਗੁਰੂ ਪਾਤਸ਼ਾਹ ਜੀ ਬਾਬੇ ਬਕਾਲੇ ਦੀ ਧਰਤੀ ਤੋਂ ਤਿਆਰ ਹੋ ਕਰਕੇ ਚੱਲਣ ਲੱਗੇ ਨੇ। ਨਾਲ ਸਤਿਗੁਰਾਂ ਨੇ ਆਪਣੇ ਕਿੰਨੇ ਦਾਸ ਤੇ ਸੇਵਕ ਲੈ ਲਏ ਹਨ। ਸਤਿਗੁਰੂ ਪਾਤਸ਼ਾਹ ਜੀ ਘੋੜੀ ਦੇ ਉੱਪਰ ਅਸਵਾਰ ਹੋ ਕਰਕੇ ਹੁਣ ਬਾਬੇ ਬਕਾਲੇ ਦੀ ਧਰਤੀ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਹਨ। ਚੱਲਣ ਤੋਂ ਪਹਿਲਾਂ ਲਿਆ ਕਰਕੇ ਭਾਈ ਮੱਖਣ ਸ਼ਾਹ ਨੇ ਬੜੀ ਸੁੰਦਰ ਅਸਵਾਰੀ ਕਰਨ ਦੇ ਵਾਸਤੇ ਘੋੜੀ ਹਜੂਰ ਦੇ ਘਰ ਦੇ ਵਿੱਚ ਪਹੁੰਚਾਉਣਾ ਕਰ ਦਿੱਤੀ ਹੈ। ਉਧਰ ਆਖਦੇ ਹਨ ਕਿ ਇਹ ਘੋੜੀ ਜਿਹੜੀ ਸੀ ਭਾਈ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਭੇਟਾ ਕੀਤੀ ਸੀ। ਭਾਈ ਮੱਖਣ ਸ਼ਾਹ ਦੇ ਵੱਲੋਂ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਭੇਟਾ ਕੀਤੀ ਹੋਈ ਸਵਾਰੀ ਹੈ। ਸਤਿਗੁਰੂ ਪਾਤਸ਼ਾਹ ਜੀ ਸਵਾਰ ਹੋ ਗਏ ਨੇ। ਸਵਾਰ ਹੋ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦੀ ਧਰਤੀ ਨੂੰ ਚਾਲਾ ਪਾ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਅੱਗੇ ਅੱਗੇ ਤੁਰ ਪਏ ਨੇ ਤੇ ਭਾਈ ਮੱਖਣ ਸ਼ਾਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਮਗਰ ਚੱਲਿਆ ਹੈ। ਭਾਈ ਮੱਖਣ ਸ਼ਾਹ ਨੇ ਆਪਣੇ ਸਾਰੇ ਸੈਨਿਕ ਤੇ ਸੂਰਮੇ ਨਾਲ ਲੈ ਲਏ ਨੇ। ਬਹੁਤ ਸਾਰੀ ਨਾਲ ਦਾਸ ਤੇ ਸੇਵਕ ਨੇ। ਹਜੂਰ ਭਾਈ ਮੱਖਣ ਸ਼ਾਹ ਤੇ ਫੌਜਾਂ ਦੇ ਸਮੇਤ ਚੱਲ ਪਏ ਹਨ। ਬਾਬੇ ਬਕਾਲੇ ਦੀ ਧਰਤੀ ਤੋਂ ਚੱਲ ਕਰਕੇ ਅੰਮ੍ਰਿਤਸਰ ਦਾ ਸਾਰਾ ਪੈਂਡਾ ਹਜੂਰ ਨੇ ਤੈਅ ਕਰ ਲਿਆ ਹੈ। ਕੀ ਦੇਖਦੇ ਨੇ ਸਾਹਮਣੇ ਹੋਣਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਵੱਲੋਂ ਵਸਾਈ ਹੋਈ ਨਗਰੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਹੁਤ ਵੱਡਾ ਜਿੱਥੇ ਕੁੰਭ ਰਚ ਦਿੱਤਾ ਤੇ ਜਿਹਦੇ ਵਾਸਤੇ ਬਚਨ ਵਰਤੇ ਗਏ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਇਹੋ ਜਿਹਾ ਉਹ ਅਸਥਾਨ ਤੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਜਾ ਕਰਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਹੁੰਚ ਗਏ ਨੇ ਤੇ ਸਾਹਮਣੇ ਅੰਮ੍ਰਿਤ ਸਰੋਵਰ ਤੇ ਮਹਾਨ ਕੁੰਭ ਦੇ ਦਰਸ਼ਨ ਹੋ ਰਹੇ ਹਨ। ਉਸ ਟਾਈਮ ਦੇ ਉੱਪਰ ਇਥੋਂ ਦਾ ਸਾਰਾ ਪ੍ਰਬੰਧ ਜਿਹੜਾ ਸੀ ਨਾ ਉਹ ਮਸੰਦਾਂ ਦੇ ਹੱਥ ਦੇ ਵਿੱਚ ਸੀ। ਭਾਵ ਕਿ ਜਿੰਨੀ ਵੀ ਕਾਰ ਭੇਟਾ ਸੰਗਤ ਦੀ ਮਾਇਆ ਚੜ੍ਹਦੀ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿੰਨਾ ਵੀ ਪ੍ਰਬੰਧ ਸੀ ਉਹ ਸਾਰਾ ਕੁਝ ਮਸੰਦਾਂ ਦੇ ਕੋਲ ਸੀ। ਅੱਜ ਇਹਨਾਂ ਮਸੰਦਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆ ਰਹੇ ਨੇ। ਬਸ ਕੁਝ ਕੁ ਘੜੀਆਂ ਦੇ ਤੱਕ ਸਤਿਗੁਰੂ ਪਾਤਸ਼ਾਹ ਜੀ ਪਹੁੰਚ ਜਾਣਗੇ। ਤੇ ਹੁਣ ਹੌਲੀ ਹੌਲੀ ਮਸੰਦ ਸੋਚਦੇ ਨੇ ਤੇ ਨਾਲੇ ਡਰਦੇ ਨੇ ਆਪਣੇ ਮਨ ਦੇ ਵਿੱਚ। ਇਹਨਾਂ ਨੇ ਹੌਲੀ ਹੌਲੀ ਆਪਸ ਦੇ ਵਿੱਚ ਇੱਕ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ। ਕਹਿਣ ਲੱਗੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆ ਰਹੇ ਨੇ, ਸਾਡੇ ਨਾਲ ਇੱਥੇ ਆਣ ਕਰਕੇ ਵਿਗੜ ਜਾਣਗੇ। ਭਾਵ ਪ੍ਰਬੰਧ ਇਹਨਾਂ ਦੇ ਕੋਲ ਸੀ ਸਾਰਾ। ਮਨ ਦੇ ਅੰਦਰ ਇਹ ਸੋਚ ਲਿਆ ਕਿਤੇ ਇਥੋਂ ਦਾ ਪ੍ਰਬੰਧ ਸਾਂਭਣ ਵਾਸਤੇ ਨਾ ਆ ਗਏ ਹੋਣ, ਸਾਡੇ ਨਾਲ ਕਿਤੇ ਆਣ ਕਰਕੇ ਵਿਗੜ ਹੀ ਨਾ ਜਾਣਾ ਕਰਨ। ਕਿਉਂਕਿ ਉਸ ਸਮੇਂ ਦੇ ਉੱਪਰ ਵੀ ਬਹੁਤ ਸਾਰਾ ਧਨ ਤੇ ਕਿੰਨੀ ਮਾਇਆ ਜਿਹੜੀ ਉਹ ਹਰਿਮੰਦਰ ਸਾਹਿਬ ਦੇ ਅੰਦਰ ਭੇਟਾ ਚੜ੍ਹਦੀ ਸੀ। ਤੇ ਮਸੰਦ ਕੀ ਸੋਚਦੇ ਨੇ, ਕਹਿਣ ਲੱਗੇ ਇੰਨੀ ਵੱਡੀ ਕਾਰ ਭੇਟਾ ਤੇ ਮਾਇਆ ਦੇਖ ਕਰਕੇ ਤੇ ਕੁਝ ਕਹਿੰਦੇ ਭਲਿਓ ਵਿਸਾਖੀ ਦਾ ਮੇਲਾ ਵੀ ਨੇੜੇ ਆਉਣ ਵਾਲਾ ਹੈ।
ਤੇ ਵਿਸਾਖੀ ਦਾ ਮੇਲਾ ਜਦੋਂ ਲੱਗਣਾ ਹੈ ਤੇ ਭਾਰੀ ਸੰਗਤ ਆਉਣੀ ਹੈ ਤੇ ਸੰਗਤਾਂ ਨੇ ਲਿਆ ਕਰਕੇ ਇੱਥੇ ਭਾਰੀ ਭੇਟਾ ਕਿੰਨੀ ਧਨ ਤੇ ਦੌਲਤ ਭੇਟਾ ਦੇ ਵਜੋਂ ਚੜ੍ਹਨੀ ਹੈ। ਤੇ ਜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਟਿਕ ਗਏ ਇੱਥੇ ਆਣ ਕਰਕੇ ਤੇ ਸਤਿਗੁਰਾਂ ਨੇ ਤੇ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਹੀ ਵੇਖ ਲੈਣਾ ਹੈ। ਤੇ ਕਹਿਣ ਲੱਗੇ ਕਿਤੇ ਇਦਾਂ ਨਾ ਹੋਵੇ ਕਿ ਸਾਡੇ ਕੋਲੋਂ ਪ੍ਰਬੰਧ ਹੀ ਖੋਲਣ ਸਾਰਾ ਤੇ ਆਖਣ ਕਿ ਇਹ ਪ੍ਰਬੰਧ ਅਸੀਂ ਆਪ ਚਲਾਉਣਾ ਕਰਾਂਗੇ। ਆਪਸ ਦੇ ਵਿੱਚ ਇਕੱਠੇ ਹੋ ਕਰਕੇ ਤੇ ਵਿਚਾਰਾਂ ਕਰਨ ਲੱਗ ਪਏ ਨੇ ਤੇ ਇੱਕ ਕਹਿੰਦਾ ਯਾਦ ਰੱਖੋ ਭਾਈ ਮੱਖਣ ਸ਼ਾਹ ਸਤਿਗੁਰਾਂ ਦਾ ਸਿੱਖ ਵੀ ਨਾਲ ਹੀ ਚੱਲ ਕਰਕੇ ਆ ਰਿਹਾ ਹੈ। ਕਹਿਣ ਲੱਗੇ ਕਿ ਫਿਰ ਜਿਨ੍ਹਾਂ ਨੇ ਅਜੇ ਕੁਝ ਦਿਨ ਪਹਿਲਾਂ ਹੀ ਕੀ ਕੀਤਾ ਹੈ ਇਹ ਸਾਰੀ ਗੱਲ ਇਹਨਾਂ ਨੇ ਸੁਣੀ ਹੋਈ ਹੈ ਤੇ ਆਪਸ ਦੇ ਵਿੱਚ ਗੱਲ ਸਾਂਝੀ ਕਰਦੇ ਹਨ। ਕਹਿਣ ਲੱਗੇ ਬਾਬੇ ਧੀਰ ਮੱਲ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਨੀਵਾ ਵਿਖਾਉਣਾ ਚਾਹਿਆ ਤੇ ਸਤਿਗੁਰਾਂ ਦਾ ਘਰ ਲੁੱਟਿਆ ਤੇ ਵਸਤੂਆਂ ਲੈ ਗਏ। ਉਹੀ ਭਾਈ ਮੱਖਣ ਸ਼ਾਹ ਨਾਲ ਚੱਲ ਕੇ ਆ ਰਿਹਾ ਜਿਨਨੇ ਬਹੁਤਾ ਲੰਮਾ ਸਮਾਂ ਨਹੀਂ ਲਾਇਆ ਬਾਬੇ ਧੀਰ ਮੱਲ ਦਾ ਸਾਰਾ ਹੀ ਡੇਰਾ ਲੁੱਟ ਲਿਆ ਸੀ। ਕਹਿਣ ਲੱਗੇ ਇਸ ਟਾਈਮ ਦੇ ਉੱਪਰ ਉਹਦੇ ਨਾਲ ਟੱਕਰ ਲੈਣ ਵਾਲਾ ਵੀ ਕੋਈ ਨਹੀਂ ਜੇ ਹੈਗਾ। ਉਹਦੇ ਕੋਲ ਭਾਰੀ ਸੂਰਮੇ ਤੇ ਸੈਨਾ ਵੀ ਨਾਲ ਹੀ ਚੱਲਦੀ ਹੈ। ਇਹਨਾਂ ਤੇ ਬਾਬੇ ਧੀਰ ਮੱਲ ਜਿਹੜਾ ਸਤਿਗੁਰਾਂ ਦੀ ਕੁਲ ਦੇ ਵਿੱਚੋਂ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੇ ਪਰਿਵਾਰ ਦੇ ਵਿੱਚੋਂ ਹੈ ਤੇ ਭਾਈ ਮੱਖਣ ਸ਼ਾਹ ਨੇ ਤੇ ਉਹਨੂੰ ਵੀ ਨਹੀਂ ਬਖਸ਼ਿਆ ਤੇ ਫਿਰ ਆਪਾਂ ਕਿਹਦੇ ਪਾਣੀ ਹਾਰ ਆਪਣੀ ਦੂਜਿਆਂ ਦੀ ਗੱਲ ਆਪਾਂ ਕਿੱਥੋਂ ਤੱਕ ਕਹਿ ਸਕਦੇ ਹਾਂ। ਤੇ ਇਹਨਾਂ ਨੇ ਸਾਡੇ ਕੋਲੋਂ ਭਾਰੀ ਧਨ ਵੀ ਲੈ ਲੈਣਾ ਹੈ ਤੇ ਇਹਨਾਂ ਨੇ ਸਾਰਾ ਪ੍ਰਬੰਧ ਵੀ ਆਪ ਸਾਂਭ ਲੈਣਾ ਹੈ। ਸਤਿਗੁਰੂ ਆ ਰਹੇ ਨੇ ਨਾਲ ਹੀ ਭਾਈ ਮੱਖਣ ਸ਼ਾਹ ਵੀ ਆ ਰਿਹਾ ਹੈ। ਦੇਖੋ ਹੁਣ ਵਿਚਾਰ ਕੀ ਬਣਾਈ ਕਹਿੰਦੇ ਆਪਾਂ ਕਰੀਏ ਇਦਾਂ ਕਿ ਆਪਾਂ ਸਤਿਗੁਰਾਂ ਨੂੰ ਮਿਲੀਏ ਹੀ ਨਾ ਅਗਲਵੰਡੀ ਜਾ ਕਰਕੇ ਭਾਵੇਂ ਸਤਿਗੁਰੂ ਆ ਵੀ ਜਾਣ ਆਪਾਂ ਕਿਸੇ ਨੇ ਵੀ ਜਾ ਕਰਕੇ ਸਤਿਗੁਰਾਂ ਨੂੰ ਮਿਲਣਾ ਹੀ ਨਹੀਂ ਹੈ। ਏਦਾਂ ਕਰੋ ਕਿ ਭਾਈ ਆਪੋ ਆਪਣੇ ਟਿਕਾਣਿਆਂ ਤੇ ਛੁਪ ਜੋ ਕੋਈ ਵੀ ਸਤਿਗੁਰਾਂ ਦੇ ਮੱਥੇ ਨਾ ਲੱਗਿਓ ਕੋਈ ਨਾ ਮਿਲਿਓ ਜਾ ਕਰਕੇ ਅਗਲਵਾਂਢੀ ਨਾ ਮਿਲਣਾ ਹੈ ਤੇ ਨਾ ਆਪਾਂ ਸਤਿਗੁਰਾਂ ਦਾ ਸਨਮਾਨ ਕਰਨਾ ਹੈ। ਤੇ ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦਾ ਨਾਂ ਬਾਲਪਨ ਤੋਂ ਹੀ ਲੈ ਕਰਕੇ ਸੁਭਾਅ ਬਹੁਤ ਜ਼ਿਆਦਾ ਮਿੱਠਾ ਜਿਹਾ ਹੈ। ਉਹ ਬਹੁਤ ਜ਼ਿਆਦਾ ਕਿਸੇ ਦੇ ਨਾਲ ਬੋਲ ਚਾਲ ਨਹੀਂ ਰੱਖਦੇ ਕਿਸੇ ਦੇ ਨਾਲ ਕੋਈ ਬਹੁਤਾ ਉਹਨਾਂ ਦਾ ਪ੍ਰੇਮ ਨਹੀਂ ਹੈ ਕਿਉਂਕਿ ਬਚਪਨ ਤੋਂ ਦੇਖਦੇ ਆਏ ਹਾਂ ਕੇਵਲ ਤੇ ਕੇਵਲ ਆਪਣੀ ਮਸਤੀ ਦੇ ਵਿੱਚ ਹੀ ਰਹਿੰਦੇ ਹਨ। ਉਹ ਸਾਰਿਆਂ ਦੇ ਨਾਲੋਂ ਅਲੱਗ ਹੋ ਕਰਕੇ ਚੱਲਣ ਵਾਲੇ ਨੇ ਕਿਸੇ ਦੇ ਨਾਲ ਕੋਈ ਬਹੁਤਾ ਮਿਲਾਪ ਰੱਖਣ ਵਾਲੇ ਨਹੀਂ ਹਨ। ਉਹਨਾਂ ਦਾ ਕਿਸੇ ਮਸੰਦ ਦੇ ਨਾਲ ਕੋਈ ਬਹੁਤਾ ਮਿਲਾਪ ਨਹੀਂ ਹੈ ਤੇ ਨਾ ਕੋਈ ਉਹਨਾਂ ਨੂੰ ਜਾ ਕਰਕੇ ਮਸੰਦ ਅਜੇ ਤੱਕ ਮਿਲਿਆ ਹੀ ਹੈ। ਪਰ ਇੰਨੀ ਗੱਲ ਸਪਸ਼ਟ ਹੋ ਗਈ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਦੀ ਗੁਰਤਾ ਗੱਦੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੂੰ ਪ੍ਰਾਪਤ ਹੋ ਚੁੱਕੀ ਹੈ। ਤੇ ਇਹ ਗੱਲ ਹੁਣ ਸਾਰੇ ਸੰਸਾਰ ਦੇ ਅੰਦਰ ਪ੍ਰਗਟ ਹੋ ਗਈ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੀ ਪੂਰੇ ਗੁਰੂ ਨੇ ਤੇ ਪੂਰੇ ਗੁਰੂ ਦੇ ਵਜੋਂ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਪ੍ਰਾਪਤ ਹੋ ਚੁੱਕੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ ਛਤਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉੱਪਰ ਚੱਲ ਰਿਹਾ ਹੈ। ਇਹ ਮਸੰਦ ਆਪਸ ਦੇ ਵਿੱਚ ਸਲਾਹਾਂ ਕਰਦੇ ਨੇ ਇਹ ਸੋਚਦੇ ਨੇ ਕਿ ਕਿਤੇ
इदां ना होवे कि प्रबंध ही खुस जावे साडे हत्थ दे विचों। क्यों? क्योंकि जिहदे हत्थ दे विच प्रबंध चल रहा होवे उहदे मन दे अंदर एक बड़ा वड्डा डर हुंदा है किते मेरे कोलों सारा कुछ खुस ना जावे। सचखंड श्री हरमंदर साहिब दा प्रबंध मसंद चलाउंदे सन, माया सारी इन्हां दे कोल हुंदी सी, आउण जाण दीआं पिटावां दा ख्याल ये रखदे सन। अज इन्हां नूं हत्थां पैरां दी पै गई किते धन गुरु तेग बहादुर पातशाह जी आण करके साडे कोलों सारा कुछ प्रबंध अपने हत्थ दे विच ना लै लैण। विचार ये कर रही है आपां किसी ने सतगुरां नूं मिलना नहीं है, कोई भी जा करके उन्हां दा सन्मान नहीं करेगा। सो अज दे दीवानां दे विच इत्थों तक अगेतरा देखांगे धन गुरु तेग बहादुर पातशाह जी पहुँचते हैं पर कोई भी मसंद सतगुरां नूं मिलता नहीं है। कई प्रकार की खोटी रीत करते हैं सतगुरां दे नाल, की करते हैं आउण वाले अगले दीवानां दे अंदर वाचांगे। इत्थों तक सतगुरां दा पावन ते पवित्र इतिहास विचारदियां होया एक नहीं अनेक प्रकार दीयां भुल्लां चुका हो जाणियां सुभाविक ने। सतगुरां दी साजी नवाजी संगत बख्शण जोगे बख्श लेना जी। अगाह वास्ते सतगुरु जी कृपा करन। आओ अखीरलियां पंक्तियां पढ़ करके समाप्ति करिए जी। न किस मसंद के नल्ला गुरता इनको प्राप्त भई ये सब बात अब है विदतई। वाहिगुरु जी का खालसा वाहिगुरु जी की फतेह।